ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਵੈਲਕਮ ਟੂ NRI ਵਰਲਡ। ਸੋ ਇੱਕ ਨਵਾਂ ਐਪੀਸੋਡ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਂ, ਨਾਨ ਰੈਜ਼ੀਡੈਂਟ ਇੰਡੀਅਨ ਵਰਲਡ। ਇੱਕ ਸਮੱਸਿਆ ਆਉਂਦੀ ਹੈ ਜਿਸ ਨੂੰ ਫੇਸ ਕਰਨਾ ਪੈਂਦਾ ਹੈ, ਉਹ ਹੈ ਕਿ ਜੋ ਮੁੰਡਾ ਵਿਆਹ ਕਰਵਾਉਣ ਗਿਆ ਉਹ ਆਲਰੇਡੀ ਮੈਰਿਡ ਹੈ, ਉਸਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਵਿਦੇਸ਼ੀ ਧਰਤੀ ਦੇ ਉੱਤੇ। ਪਤਾ ਨਹੀਂ ਉਹ ਪਰਿਵਾਰ ਇਹ ਫੈਸਲਾ ਕਿਉਂ ਲੈਂਦਾ ਹੈ ਕਿ ਸਾਡਾ ਮੁੰਡਾ ਇੱਕ ਹੋਰ ਵਿਆਹ ਕਰਾਵੇ, ਜਾਂ ਉਹ ਮੁੰਡਾ ਇਹ ਫੈਸਲਾ ਕਿਉਂ ਲੈਂਦਾ ਕਿ ਮੈਂ ਇੱਕ ਹੋਰ ਵਿਆਹ ਕਰਾਵਾਂ, ਜਦਕਿ ਉਸ ਦਾ ਆਲਰੇਡੀ ਵਿਆਹ ਹੋ ਚੁੱਕਾ ਹੈ। ਤਾਂ ਕਿਉਂ ਕਿਸੇ ਲੜਕੀ ਦਾ ਜੀਵਨ ਬਰਬਾਦ ਕਰਨ ਵਾਸਤੇ ਤੂੰ ਦੂਜਾ ਵਿਆਹ ਕਰਾਉਣਾ ਪਿਆ? ਤੇ ਉਸ ਲੜਕੀ ਤੋਂ, ਉਸਦੇ ਪਰਿਵਾਰ ਤੋਂ ਸਭ ਤੋਂ ਇਹ ਗੱਲ ਛੁਪਾ ਕੇ ਰੱਖੀ ਜਾਂਦੀ, ਲੁਕੋ ਕੇ ਰੱਖੀ ਜਾਂਦੀ ਹੈ ਕਿ ਵਿਆਹ ਪਹਿਲਾਂ ਹੋ ਚੁੱਕਾ ਹੈ। ਕਿਤੇ ਕਿਤੇ ਤਾਂ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਵੀ ਹੈਗੇ ਨੇ ਪਹਿਲੇ ਵਿਆਹ ਵਿੱਚੋਂ। ਇਹ ਸਾਰੀ ਗੱਲ ਲੁਕੋ ਕੇ ਰੱਖੀ ਜਾਂਦੀ ਹੈ। ਤੇ ਜਦੋਂ ਉੱਥੇ ਜਾਂਦਾ ਹੈ, ਵਿਆਹ ਕਰਦਾ ਹੈ, ਕੁੜੀ ਨੂੰ ਸੱਦ ਵੀ ਲੈਂਦਾ ਹੈ, ਤੇ ਕੁੜੀ ਜਦੋਂ ਇੱਥੇ ਆਉਂਦੀ ਹੈ, ਇੱਥੇ ਆ ਕੇ ਉਹਨੂੰ ਪਤਾ ਲੱਗਦਾ ਬਈ ਇਹ ਤੇ ਕਹਾਣੀ ਕੁਝ ਹੋਰ ਹੈ, ਇਹ ਤੇ ਗੱਲ ਹੀ ਕੁਝ ਹੋਰ ਹੈ। ਇੱਥੇ ਤੇ ਆਲਰੇਡੀ ਮੈਰਿਡ ਹੈ, ਇਹਦੇ ਬੱਚੇ ਵੀ ਨੇ, ਤੇ ਫਿਰ ਮੇਰੇ ਨਾਲ ਵਿਆਹ ਕਿਉਂ ਕੀਤਾ? ਇਹ ਰੀਜ਼ਨ ਉਹਨੂੰ ਕਦੀ ਸਮਝ ਨਹੀਂ ਆਉਂਦਾ। ਇਸ ਕਰਕੇ ਜੋ ਐਕਸਪਰਟਸ ਨੇ, ਜੋ ਲੀਗਲ ਐਡਵਾਈਜ਼ਰਸ ਨੇ, ਉਹ ਇਹ ਕਹਿੰਦੇ ਨੇ ਕਿ ਤੁਸੀਂ ਵਿਆਹ ਕਰਾਉਣ ਤੋਂ ਪਹਿਲਾਂ ਉਸ ਲੜਕੇ ਕੋਲੋਂ, ਉਸ ਲੜਕੀ ਦੀ ਫੈਮਿਲੀ ਕੋਲੋਂ ਐਫੀਡੇਵਿਟ ਲਵੋ ਕਿ ਇਹ ਮੁੰਡਾ ਪਹਿਲਾਂ ਵਿਆਹਿਆ ਹੋਇਆ ਨਹੀਂ ਹੈ, ਇਹਦੀ ਮੈਰਿਜ ਨਹੀਂ ਹੋਈ, ਤਾਂ ਕਿ ਉਸ ਐਫੀਡੇਵਿਟ ਨੂੰ ਉਸ ਲੜਕੇ ਦੇ ਖਿਲਾਫ ਇੱਕ ਟੂਲ ਦੇ ਤੌਰ ਤੇ ਵਰਤਿਆ ਜਾ ਸਕੇ ਕੋਰਟ ਦੇ ਵਿੱਚ। ਤਾਂ ਹੀ ਤੁਸੀਂ ਕੁਝ ਪ੍ਰੂਵ ਕਰ ਸਕੋਗੇ। ਪਰ ਜੇ ਤੁਹਾਡੇ ਕੋਲ ਕੋਈ ਡਾਕੂਮੈਂਟ ਹੀ ਨਹੀਂ ਹੈ, ਸਿਰਫ ਗੱਲਾਂ ਨਾਲ ਹੀ ਤੁਸੀਂ ਚੱਲਦੇ ਪਏ ਹੋ, ਤਾਂ ਫਿਰ ਕੋਰਟ 'ਚ ਪ੍ਰੂਵ ਕਿਵੇਂ ਕਰੋਗੇ? ਮੁੰਡੇ ਵਾਲੇ ਇਹ ਵੀ ਕਹਿ ਸਕਦੇ ਨੇ ਕਿ ਅਸੀਂ ਤੇ ਪਹਿਲਾਂ ਹੀ ਕਲੀਅਰ ਕੀਤਾ ਸੀ ਕਿ ਮੁੰਡੇ ਦਾ ਪਹਿਲਾ ਵਿਆਹ ਹੋ ਚੁੱਕਾ ਹੈ, ਇਹਦੇ ਬੱਚੇ ਵੀ ਨੇ, ਪਰ ਇਹਨਾਂ ਨੇ ਲਾਲਚ ਕਰਕੇ ਆਪਣੀ ਕੁੜੀ ਸਾਨੂੰ ਦੇ ਦਿੱਤੀ। ਅਸੀਂ ਤੇ ਇਹਨਾਂ ਨੂੰ ਇੰਨਾ ਪੈਸਾ ਵੀ ਦਿੱਤਾ ਹੈ, ਤਾਂ ਕੁੜੀ ਖਰੀਦੀ ਹੈ ਇਹਨਾਂ ਕੋਲੋਂ, ਤੇ ਅਸੀਂ ਇੱਥੇ ਲੈ ਕੇ ਆਏ ਹਾਂ। ਲੋਕੀ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ, ਇਸ ਕਰਕੇ ਤੁਹਾਨੂੰ ਅਲਰਟ ਰਹਿਣਾ ਪਏਗਾ। ਤਾਂ ਹੀ ਐਕਸਪਰਟਸ ਕਹਿੰਦੇ ਨੇ ਕਿ ਇੱਕ ਐਫੀਡੇਵਿਟ ਲਵੋ ਉਸ ਮੁੰਡੇ ਕੋਲੋਂ, ਉਸ ਮੁੰਡੇ ਦੀ ਫੈਮਿਲੀ ਕੋਲੋਂ, ਕਿ ਇਹ ਮੁੰਡਾ ਵਿਆਹਿਆ ਹੋਇਆ ਨਹੀਂ ਹੈ, ਅਣਵਿਆਹਿਆ ਹੈ, ਕੁਆਰਾ ਹੈ। ਤਾਂ ਤੁਸੀਂ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਆਪਣੀ ਕੁੜੀ ਨੂੰ ਇਹਦੇ ਨਾਲ ਵਿਆਹੋ, ਤੋਰੋ ਵਿਦੇਸ਼ੀ ਧਰਤੀ ਦੇ ਉੱਤੇ। ਸਿਰਫ ਇਹ ਲਾਲਚ ਨਹੀਂ ਕਿ ਸਾਡੀ ਕੁੜੀ ਬਾਹਰ ਚੱਲੀ ਹੈ ਤੇ ਅਸੀਂ ਅੱਖਾਂ ਮੀਟ ਕੇ ਤੋਰ ਦਈਏ। ਤੁਹਾਡੇ ਜੀਵਨ ਦਾ ਵੀ ਸਵਾਲ ਹੈ, ਕੁੜੀ ਦੇ ਜੀਵਨ ਦਾ ਵੀ ਸਵਾਲ ਹੈ, ਪੂਰੀ ਫੈਮਿਲੀ ਤਬਾਹ ਹੋ ਸਕਦੀ ਹੈ। ਇਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਉਹਨਾਂ ਫੈਮਿਲੀਜ਼ ਵਾਸਤੇ ਵੀ ਇਹ ਸ਼ਰਮ ਦੀ ਗੱਲ ਹੈ ਕਿ ਜੇ ਤੁਹਾਡਾ ਮੁੰਡਾ ਆਲਰੇਡੀ ਮੈਰਿਡ ਹੈ, ਤਾਂ ਫਿਰ ਉਹਦਾ ਦੂਜਾ ਵਿਆਹ ਕਿਉਂ ਕਰਦੇ ਪਏ ਹੋ? ਕੀ ਕਾਰਨ ਹੈ? ਤਾਂ ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਧਿਆਨ ਦੇਣ ਵਾਲੀਆਂ ਨੇ। ਇਸ ਕਰਕੇ ਲੀਗਲ ਐਕਸਪਰਟਸ ਦੀ ਰਾਏ ਦੇ ਨਾਲ ਹੀ ਤੁਸੀਂ ਵਿਆਹ ਕਰਨਾ ਹੈ ਆਪਣੀ ਕੁੜੀ ਦਾ, ਜੋ ਵੀ ਪਾਰਟੀ ਬਾਹਰੋਂ ਆਈ ਹੈ ਉਸ ਪਾਰਟੀ ਦੇ ਮੁੰਡੇ ਦੇ ਨਾਲ। ਔਰ ਜੇ ਵਿੱਚ ਕੋਈ ਰਿਸ਼ਤੇਦਾਰੀ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ ਇੱਕ ਗਾਰੰਟੀ ਹੋ ਜਾਂਦੀ ਹੈ ਨਾ, ਇੱਕ ਵਿਸ਼ਵਾਸ ਹੋ ਜਾਂਦਾ ਹੈ ਕਿ ਰਿਸ਼ਤੇਦਾਰੀ ਵਿੱਚ ਆਪਸ ਵਿੱਚ ਵਿਆਹ ਹੁੰਦਾ ਪਿਆ। ਉਹ ਇੱਕ ਵੱਖਰੀ ਗੱਲ ਹੈ। ਪਰ ਜਦੋਂ ਲੀਗਲ ਮੈਟਰਸ ਆਉਂਦੇ ਨੇ ਤਾਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਤਸੱਲੀ ਕਰਨੀ ਚਾਹੀਦੀ ਹੈ। ਤਾਂ ਹਮੇਸ਼ਾ ਇਹ ਜ਼ਰੂਰੀ ਹੈ ਕਿ ਜੋ ਰਜਿਸਟਰਡ ਲੀਗਲ ਐਡਵਾਈਜ਼ਰਸ ਨੇ, ਉਹਨਾਂ ਦੇ ਜ਼ਰੀਏ ਹਰ ਗੱਲ ਦੀ ਤਹਿਕੀਕਾਤ ਕਰਕੇ, ਪੁੱਛਗਿੱਛ ਕਰਕੇ ਤਾਂ ਲੀਗਲ ਸਟੈਪਸ ਲਏ ਜਾਣ, ਤਾਂ ਹੀ ਵਿਆਹ ਕੀਤਾ ਜਾਵੇ। ਕਿਉਂਕਿ ਪੂਰੀ ਜ਼ਿੰਦਗੀ ਦਾ ਸਵਾਲ ਹੈ, ਇਹ ਨਾ ਹੋਵੇ ਕਿ ਬਾਅਦ ਵਿੱਚ ਪਛਤਾਉਣਾ ਪਵੇ। ਤਾਂ ਇਹ ਕੇਸਿਸ ਸਾਹਮਣੇ ਆਉਂਦੇ ਨੇ ਕਿ ਜਦੋਂ ਕੁੜੀ ਵਿਦੇਸ਼ੀ ਧਰਤੀ ਤੇ ਆ ਗਈ, ਆਪਣਾ ਸਭ ਕੁਝ ਛੱਡ ਕੇ, ਭਾਰਤ ਛੱਡ ਕੇ, ਪੰਜਾਬ ਛੱਡ ਕੇ, ਇੱਥੇ ਆ ਕੇ ਉਹਨੂੰ ਪਤਾ ਲੱਗਦਾ ਹੈ ਕਿ ਮੁੰਡੇ ਦਾ ਤੇ ਪਹਿਲਾਂ ਵਿਆਹ ਹੋਇਆ, ਪਰ ਹੁਣ ਤੇ ਕੁਝ ਵੀ ਨਹੀਂ ਹੋ ਸਕਦਾ। ਜੇ ਬੋਲੇਗੀ ਤਾਂ ਮਾਰਕੁੱਟ ਹੋਏਗੀ ਇਹਦੇ ਨਾਲ, ਜੇ ਬੋਲੇਗੀ ਤਾਂ ਰਿਸ਼ਤੇਦਾਰ ਵੀ ਮਾਰਨਗੇ, ਕੁਝ ਵੀ ਹੋ ਸਕਦਾ ਇਹਦੇ ਨਾਲ। ਇਸ ਕਰਕੇ ਪਹਿਲਾਂ ਤੋਂ ਹੀ ਤੁਸੀਂ ਅਲਰਟ ਰਹੋ। ਆਪਣੀ ਕੁੜੀ ਦਾ ਵਿਆਹ ਉੱਥੇ ਕਰੋ ਜਿੱਥੇ ਤੁਸੀਂ ਪੂਰੀ ਤਸੱਲੀ ਕਰ ਲੈਂਦੇ ਹੋ, ਨਹੀਂ ਤੇ ਇਹ ਸਟੈਪ ਨਾ ਲਵੋ ਤੇ ਵਧੀਆ ਹੈ। ਕਿਉਂਕਿ ਇਹ ਬਹੁਤ ਇੰਪੋਰਟੈਂਟ ਸਟੈਪ ਹੈ। ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ, ਇੱਕ ਦੂਸਰੀ ਜ਼ਿੰਦਗੀ ਸ਼ੁਰੂ ਹੋ ਰਹੀ ਹੈ। ਉਹਦੀ ਪੂਰੀ ਗਾਰੰਟੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕਿ ਮੁੰਡਾ ਵਿਆਹਿਆ ਨਹੀਂ ਹੋਇਆ, ਮੁੰਡਾ ਕੁਆਰਾ ਹੈ। ਤੇ ਹੋਰ ਸਾਰੇ ਪੁਆਇੰਟਸ ਤੇ ਆਪਾਂ ਡਿਸਕਸ ਕਰ ਹੀ ਰਹੇ ਹਾਂ। ਇਹ ਪੁਆਇੰਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਇਹ ਨਾ ਹੋਵੇ ਕਿ ਬਾਅਦ ਵਿੱਚ ਇਸ ਗੱਲ ਦਾ ਰਾਜ਼ ਖੁੱਲੇ ਕਿ ਮੁੰਡਾ ਵਿਆਹਿਆ ਹੋਇਆ, ਉਹਦੇ ਬੱਚੇ ਵੀ ਨੇ। ਇੱਕ ਸਮੱਸਿਆ ਇਹ ਵੀ ਆਉਂਦੀ ਹੈ ਕਿ ਮੁੰਡਾ ਆਪਣੇ ਇਮੀਗ੍ਰੇਸ਼ਨ ਸਟੇਟਸ ਬਾਰੇ ਨਹੀਂ ਦੱਸਦਾ, ਆਪਣੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਬਾਰੇ ਨਹੀਂ ਦੱਸਦਾ, ਆਪਣੇ ਫਾਈਨੈਂਸ਼ੀਅਲ ਸਟੇਟਸ ਬਾਰੇ ਨਹੀਂ ਦੱਸਦਾ, ਆਪਣੇ ਪ੍ਰੋਫੈਸ਼ਨ ਬਾਰੇ ਨਹੀਂ ਦੱਸਦਾ, ਝੂਠ ਬੋਲਦਾ ਹੈ। ਉਸਦੇ ਰਿਸ਼ਤੇਦਾਰ ਝੂਠ ਬੋਲਦੇ ਨੇ, ਤੇ ਕੁੜੀ ਵਾਲੇ ਇਸ ਚਾਹ ਦੇ ਵਿੱਚ ਕਿ ਸਾਡੀ ਕੁੜੀ ਬਾਹਰ ਚੱਲੀ ਹੈ, ਕੁਝ ਵੀ ਨਹੀਂ ਪੁੱਛਦੇ, ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ, ਇਗਨੋਰੈਂਸ ਹੈ, ਨਹੀਂ ਪਤਾ, ਘੱਟ ਪੜ੍ਹੀ ਲਿਖੀ ਫੈਮਿਲੀ ਹੈ, ਕੁਝ ਵੀ ਨਹੀਂ ਪਤਾ। ਚੱਕਰ 'ਚ ਆ ਗਏ, ਧੋਖੇ 'ਚ ਆ ਗਏ, ਗੱਲਾਂ 'ਚ ਆ ਗਏ। ਜੋ ਉਹਨਾਂ ਨੇ ਗੱਲਾਂ ਕਰ ਦਿੱਤੀਆਂ, ਉਹਨਾਂ ਗੱਲਾਂ ਵਿੱਚ ਫਸ ਗਏ।
ਤਾਂ ਨਤੀਜਾ ਕੀ ਹੋਇਆ? ਨਤੀਜਾ ਉਹ ਹੋਇਆ ਜੋ ਮੈਂ ਕਹਿਣਾ ਨਹੀਂ ਚਾਹੁੰਦਾ। ਤਾਂ ਇਸ ਕਰਕੇ ਜ਼ਰੂਰੀ ਇਹ ਹੈ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਪਾਸਪੋਰਟ, ਉਹਨਾਂ ਦਾ ਵੀਜ਼ਾ ਡਿਟੇਲਸ ਸਭ ਕੁਝ ਚੈੱਕ ਕਰੋ। ਉੱਥੋਂ ਦੀ ਗਵਰਨਮੈਂਟ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਟੇਟਸ ਦਿੱਤਾ ਹੋਇਆ ਹੈ, ਉਹਨਾਂ ਦਾ ਰੈਜ਼ੀਡੈਂਸ ਕਿੱਥੇ ਹੈ। ਅੱਜ ਕੱਲ੍ਹ ਇੰਨੀ ਟੈਕਨੋਲੋਜੀ ਹੈ, ਇੰਟਰਨੈਟ ਦਾ ਜ਼ਮਾਨਾ ਹੈ, ਤੁਸੀਂ ਸਾਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ, ਹਾਸਿਲ ਕਰ ਸਕਦੇ ਹੋ। ਅੰਬੈਸੀ ਬੈਠੀ ਹੈ ਤੁਹਾਡੀ ਹੈਲਪ ਕਰਨ ਵਾਸਤੇ। ਤੁਸੀਂ ਆਪਣੀ ਪ੍ਰੋਬਲਮ ਉਹਨਾਂ ਨੂੰ ਦੱਸ ਸਕਦੇ ਹੋ। ਤੁਸੀਂ ਦੱਸ ਸਕਦੇ ਹੋ ਮੇਰੀ ਰਿਕੁਆਇਰਮੈਂਟ ਕੀ ਹੈ, ਅਸੀਂ ਮੈਰਿਜ ਕਰਨੀ ਹੈ ਆਪਣੀ ਕੁੜੀ ਦੀ, ਸਾਨੂੰ ਪੂਰੀ ਡਿਟੇਲ ਚਾਹੀਦੀ ਹੈ। ਇਸ ਕਰਕੇ ਮੁੰਡੇ ਦੇ ਕਾਰੋਬਾਰ ਬਾਰੇ, ਮੁੰਡੇ ਦੇ ਫਾਈਨੈਂਸ਼ੀਅਲ ਸਟੇਟਸ ਬਾਰੇ, ਇਮੀਗ੍ਰੇਸ਼ਨ ਸਟੇਟਸ ਬਾਰੇ, ਉਹਦੀ ਐਜੂਕੇਸ਼ਨ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ। ਉਹਦਾ ਫੈਮਿਲੀ ਸਟੇਟਸ ਕੀ ਹੈ, ਸਭ ਕੁਝ ਪਤਾ ਹੋਣਾ ਚਾਹੀਦਾ ਹੈ। ਉਹਦਾ ਰੈਜ਼ੀਡੈਂਸ ਕਿੱਥੇ ਹੈ, ਘਰ ਆਪਣਾ ਹੈ ਨਹੀਂ ਹੈ, ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ। ਪੂਰੀ ਤਸੱਲੀ ਕਰੋ, ਉਸ ਤੋਂ ਬਾਅਦ ਹੀ ਆਪਣੀ ਕੁੜੀ ਦਾ ਬਾਹਰ ਵਿਆਹ ਕਰੋ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਲੀਗਲ ਐਡਵਾਈਜ਼ਰ ਦੀ ਮਦਦ ਲੈਣਾ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਗਵਰਨਮੈਂਟਸ ਵੱਲੋਂ ਇੰਸਟੀਚਿਊਟਸ ਬਣੇ ਨੇ, ਬਾਡੀਜ਼ ਬਣੀਆਂ ਨੇ, ਉਹਨਾਂ ਦੀ ਮਦਦ ਲੈਣਾ, ਐਮਬੈਸੀ ਦੀ ਮਦਦ ਲੈਣਾ। ਪੂਰੇ ਲੀਗਲ ਤਹਿਕੀਕਾਤ ਤੋਂ ਬਾਅਦ ਹੀ ਤੁਸੀਂ ਇਹ ਸਟੈਪ ਲਵੋ। ਜਿਹੜੀਆਂ ਵਿਦੇਸ਼ੀ ਧਰਤੀ ਦੀਆਂ ਗਵਰਨਮੈਂਟਸ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਇਸ ਤਰ੍ਹਾਂ ਦੀ ਠੱਗੀ ਚੱਲਦੀ ਪਈ ਹੈ। ਇਸ ਕਰਕੇ ਉਹ ਵੀ ਬਹੁਤ ਅਲਰਟ ਨੇ, ਕਿਉਂਕਿ ਕੱਲ੍ਹ ਨੂੰ ਭੁਗਤਣਾ ਉਹਨਾਂ ਨੂੰ ਵੀ ਪੈਣਾ ਹੈ ਜਦੋਂ ਇੱਥੇ ਆ ਕੇ ਕੋਈ ਸਮੱਸਿਆ ਖੜੀ ਹੋਣੀ ਹੈ। ਇਸ ਕਰਕੇ ਉਹ ਵੀ ਪੂਰੀ ਸਰਵਿਸ ਪ੍ਰੋਵਾਈਡ ਕਰਦੇ ਨੇ, ਪੂਰੀ ਹੈਲਪ ਪ੍ਰੋਵਾਈਡ ਕਰਦੇ ਨੇ। ਉਸ ਹੈਲਪ ਦਾ ਫਾਇਦਾ ਚੁੱਕੋ, ਪੂਰੀ ਤਹਿਕੀਕਾਤ ਕਰੋ ਉਸ ਮੁੰਡੇ ਬਾਰੇ, ਉਸ ਮੁੰਡੇ ਦੇ ਹਰ ਕੰਮ ਬਾਰੇ, ਉਸਦੇ ਪ੍ਰੋਫੈਸ਼ਨ ਬਾਰੇ, ਫਾਈਨੈਂਸ਼ੀਅਲ ਸਟੇਟਸ ਬਾਰੇ ਸਭ ਕੁਝ ਉਹਦਾ ਕੱਚਾ ਚਿੱਠਾ ਖੋਲ੍ਹ ਕੇ ਰੱਖ ਦੇਣਗੀਆਂ ਗਵਰਨਮੈਂਟ ਦੀਆਂ ਏਜੰਸੀਜ਼ ਜਿਹੜੀਆਂ ਇੱਥੇ ਬੈਠੀਆਂ ਨੇ ਵਿਦੇਸ਼ੀ ਧਰਤੀ ਤੇ ਭਾਰਤ ਦੀ ਧਰਤੀ ਤੇ ਜਿਹੜੀਆਂ ਏਜੰਸੀਜ਼ ਬੈਠੀਆਂ ਨੇ, ਉਹਨਾਂ ਦੇ ਤਾਲਮੇਲ ਨਾਲ ਤੁਹਾਡੇ ਸਾਹਮਣੇ ਪੂਰੀ ਦੀ ਪੂਰੀ ਸੱਚਾਈ ਬਿਆਨ ਕਰ ਦੇਣਗੀਆਂ ਕਿ ਇਹ ਮੁੰਡਾ, ਇਸ ਦਾ ਪਰਿਵਾਰ ਝੂਠ ਬੋਲਦਾ ਹੈ ਕਿ ਸੱਚ ਬੋਲਦਾ ਹੈ। ਜੇ ਸੱਚ ਬੋਲਦਾ ਹੈ ਤਾਂ ਖਰਾ ਹੈ, ਜੇ ਝੂਠ ਬੋਲਦਾ ਹੈ ਤਾਂ ਫਿਰ ਤੁਸੀਂ ਆਪ ਸਮਝ ਲਓ ਕਿ ਤੁਸੀਂ ਕੀ ਕਦਮ ਚੁੱਕਣਾ ਹੈ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਸ ਮੁੰਡੇ ਬਾਰੇ, ਉਸਦੇ ਪਰਿਵਾਰ ਬਾਰੇ, ਉਹਦੇ ਸਭ ਕੁਝ ਬਾਰੇ ਪੂਰਾ ਪਤਾ ਕਰੋ ਕਿ ਉਹ ਵਿਦੇਸ਼ੀ ਧਰਤੀ ਤੇ ਕਰਦਾ ਕੀ ਹੈ, ਉਹਦੀ ਹਾਲਾਤ ਕੀ ਨੇ, ਉਹਦਾ ਸਟੇਟਸ ਕੀ, ਸਭ ਕੁਝ ਪਤਾ ਕਰੋ। ਸਭ ਕੁਝ ਪਤਾ ਕਰਨ ਤੋਂ ਬਾਅਦ ਹੀ ਫੈਸਲਾ ਕਰੋ ਕਿ ਅਸੀਂ ਆਪਣੀ ਕੁੜੀ ਇਸ ਮੁੰਡੇ ਨਾਲ ਵਿਆਹਣੀ ਹੈ, ਤੋੜਨੀ ਹੈ, ਜਾਂ ਅਸੀਂ ਆਪਣਾ ਮਨ ਬਦਲ ਲੈਣਾ ਹੈ। ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ, ਇਹਨਾਂ ਦੇ ਝੂਠ 'ਚ ਨਹੀਂ ਆਉਣਾ, ਕਿਉਂਕਿ ਸਾਡੇ ਸਾਹਮਣੇ ਗਵਰਨਮੈਂਟ ਦੀਆਂ ਏਜੰਸੀਜ਼ ਨੇ, ਚਾਹੇ ਉਹ ਵਿਦੇਸ਼ੀ ਏਜੰਸੀਜ਼ ਨੇ, ਚਾਹੇ ਭਾਰਤ ਦੀਆਂ ਏਜੰਸੀਜ਼ ਨੇ, ਉਹਨਾਂ ਨੇ ਸਾਰੀ ਸੱਚਾਈ ਖੋਲ੍ਹ ਕੇ ਰੱਖ ਦਿੱਤੀ ਹੈ ਇਸ ਮੁੰਡੇ ਦੀ ਤੇ ਇਸ ਦੇ ਪਰਿਵਾਰ ਦੀ। ਤੇ ਇਹ ਸੱਚਾਈ ਜਾਣਨ ਤੋਂ ਬਾਅਦ ਹੁਣ ਅਸੀਂ ਕੀ ਕਦਮ ਲੈਣਾ ਹੈ, ਇਹ ਸਾਡੀ ਆਪਣੀ ਸੋਚ ਹੈ, ਸਾਡੀ ਆਪਣੀ ਬੁੱਧੀ ਹੈ, ਸਾਡੇ ਆਪਣਾ ਅੰਦਰ ਹੈ ਕਿ ਅਸੀਂ ਕੀ ਫੈਸਲਾ ਲੈਣਾ ਹੈ। ਆਪਣੇ ਪੂਰੇ ਰਿਸ਼ਤੇਦਾਰਾਂ 'ਚ ਬੈਠੋ, ਆਪਣੇ ਪਰਿਵਾਰਾਂ 'ਚ ਬੈਠੋ, ਮਿੱਤਰਾਂ 'ਚ ਬੈਠੋ, ਸਾਰੇ ਮਿਲ ਕੇ ਫੈਸਲਾ ਕਰੋ ਕਿ ਕਰਨਾ ਕੀ ਹੈ, ਕਿਉਂਕਿ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ, ਤੁਹਾਡੇ ਸਾਰੇ ਪਰਿਵਾਰ ਦੀ ਜ਼ਿੰਦਗੀ ਦਾ ਸਵਾਲ ਹੈ। ਕਿਉਂਕਿ ਜੇ ਕੁੜੀ ਦਾ ਜੀਵਨ ਰੱਬ ਨਾ ਕਰੇ ਦੁਖੀ ਹੋ ਗਿਆ ਤਾਂ ਤੁਹਾਡੇ ਸਾਰੇ ਪਰਿਵਾਰ ਦਾ ਜੀਵਨ ਦੁਖੀ ਹੋ ਜਾਣਾ ਹੈ ਤੇ ਕੁੜੀ ਨੇ ਤੁਹਾਨੂੰ ਸਾਰੀ ਉਮਰ ਉਲਾਂਭੇ ਦੇਣੇ ਨੇ, ਇਹ ਮੈਨੂੰ ਕਿੱਥੇ ਵਿਆਹ ਛੱਡਿਆ ਜੇ, ਇਹ ਮੇਰਾ ਤੁਸੀਂ ਹਾਲ ਕੀ ਕਰ ਛੱਡਿਆ ਜੇ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇਸ ਸਾਰੀ ਚੀਜ਼ ਦੀ ਤਹਿਕੀਕਾਤ ਕਰੋ। ਗਵਰਨਮੈਂਟ ਤੁਹਾਡੇ ਨਾਲ ਖੜੀ ਹੈ, ਭਾਰਤ ਦੀ ਵੀ ਤੇ ਵਿਦੇਸ਼ੀ ਗਵਰਨਮੈਂਟ ਵੀ ਤੁਹਾਡੇ ਨਾਲ ਖੜੀ ਹੈ। ਸਾਰਾ ਕੁਝ ਪਤਾ ਕਰਨ ਤੋਂ ਬਾਅਦ ਹੀ ਤੁਸੀਂ ਵਿਆਹ ਦਾ ਫੈਸਲਾ ਕਰਨਾ ਹੈ। ਇੱਕ ਸਮੱਸਿਆ ਹੈ ਐਕਸ ਪਾਰਟੀ ਡਿਵੋਰਸ ਦੀ, ਜਿਸ ਦਾ ਫਾਇਦਾ ਚੁੱਕਦਾ ਹੈ ਹਸਬੈਂਡ। ਕਿਉਂ? ਉਸ ਦੀ ਵਾਈਫ ਨੂੰ ਪਤਾ ਨਹੀਂ ਹੈ, ਨਵੀਂ ਧਰਤੀ ਦੇ ਉੱਤੇ ਆਈ ਹੈ, ਵਿਦੇਸ਼ੀ ਧਰਤੀ ਦੇ ਉੱਤੇ ਆਈ ਹੈ, ਇੱਥੋਂ ਦੇ ਲਾਜ਼ ਕੀ ਕਹਿੰਦੇ ਨੇ। ਉਹ ਮੁੰਡਾ ਆਪਣੇ ਮੁਤਾਬਿਕ ਉਸ ਕੁੜੀ ਨੂੰ ਵਰਗਲਾ ਕੇ ਉਹ ਸਭ ਕੁਝ ਕਰਵਾ ਲੈਂਦਾ ਹੈ ਜਿਹਦੇ ਵਿੱਚ ਉਹਦਾ ਬੈਨੀਫਿਟ ਹੈ। ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਉਸ ਕੁੜੀ ਨੂੰ ਇਸ ਵਿਦੇਸ਼ੀ ਧਰਤੀ ਦੀ ਭਾਸ਼ਾ ਨਹੀਂ ਆਉਂਦੀ, ਅੰਗਰੇਜ਼ੀ ਨਹੀਂ ਆਉਂਦੀ, ਤਾਂ ਬਹੁਤ ਦਿੱਕਤਾਂ ਨੇ। ਉਹ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਦੀ ਹੈਲਪ ਲੈ ਕੇ, ਹੈਲਪ ਕੀ ਲੈਣੀ ਹੈ, ਝੂਠ ਮਾਰ ਕੇ ਕਿਸੇ ਵੀ ਤਰ੍ਹਾਂ ਦਾ ਕੇਸ ਬਣਾ ਕੇ ਉਸ ਕੁੜੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਇਹ ਐਸਾ ਕਰ ਵੀ ਦਿੰਦਾ ਹੈ। ਤਾਂ ਫਿਰ ਕੀ ਹੁੰਦਾ ਹੈ? ਕੁੜੀ ਬਿਲਕੁਲ ਹੈਲਪਲੈਸ ਹੈ ਇਸ ਫੋਰਨ ਲੈਂਡ ਦੇ ਉੱਤੇ, ਇਸ ਵਿਦੇਸ਼ੀ ਧਰਤੀ ਦੇ ਉੱਤੇ। ਉਹਦੇ ਨਾਲ ਖੜਾ ਹੋਣ ਵਾਲਾ ਕੋਈ ਨਹੀਂ। ਤਾਂ ਫਿਰ ਉਹ ਕੀ ਕਰੇ? ਕਿਉਂਕਿ ਉਹਦੇ ਕੋਲ ਇੰਨਾ ਪੈਸਾ ਵੀ ਨਹੀਂ ਹੈ ਕਿ ਉਹ ਕਿਸੇ ਲਾਇਰ ਦੀ ਮਦਦ ਲੈ ਸਕੇ, ਉਹਦੇ ਕੋਲ ਇੰਨੀ ਜਾਣਕਾਰੀ ਵੀ ਨਹੀਂ ਹੈ ਕਿ ਉਹ ਕਿਤੇ ਜਾ ਕੇ ਕੋਈ ਮਦਦ ਮੰਗ ਸਕੇ। ਤੇ ਹਸਬੈਂਡ ਨੇ ਉਹਨਾਂ ਨਾਲ ਫਰਾਡ ਕੀਤਾ ਹੈ, ਐਕਸ ਪਾਰਟੀ ਡਿਵੋਰਸ ਦੀ ਗੇਮ ਖੇਡ ਗਿਆ ਹੈ। ਤਾਂ ਹੁਣ ਉਹ ਕਰੇ ਤੇ ਕੀ ਕਰੇ? ਤਾਂ ਫਿਰ ਹੋਏਗਾ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਐਸੀਆਂ ਕੁੜੀਆਂ ਵਾਸਤੇ, ਉਹ ਅੰਬੈਸੀ ਦੇ ਥਰੂ ਉਹਦੀ ਮਦਦ ਲੈ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁੜੀ ਨੂੰ ਖੁਦ ਅਲਰਟ ਹੋਣਾ ਪਏਗਾ, ਕੁੜੀ ਨੂੰ ਖੁਦ ਚੁਸਤ ਹੋਣਾ ਪਏਗਾ, ਆਪਣੀ ਹਿਫਾਜ਼ਤ ਆਪ ਕਰਨੀ ਪਏਗੀ।
क्योंकि विदेशी धरती ते आके ਉਹਦੇ माँ-बाप भी ਉਹਦੀ ਹੈਲਪ ਨਹੀਂ ਕਰ ਸਕਦੇ, ਉਹਦੇ ਭੈਣ ਭਰਾ ਵੀ ਉਹਦੀ ਹੈਲਪ ਨਹੀਂ ਕਰ ਸਕਦੇ, ਕੋਈ ਵੀ ਉਹਦੀ ਹੈਲਪ ਨਹੀਂ ਕਰ ਸਕਦਾ, ਉਹ ਇਕੱਲੀ ਹੈ। ਰੱਬ ਤਾਂ ਨਾਲ ਹੁੰਦਾ ਹੀ ਹੈ, ਵਾਹਿਗੁਰੂ ਦੇ ਨਾਲ ਹੁੰਦਾ ਹੀ ਹੈ। ਹੁਣ ਉਹਨੂੰ ਹਿੰਮਤ ਕਰਨੀ ਪਏਗੀ ਪ੍ਰਭੂ ਦੇ ਸਹਾਰੇ, ਪਰਮਾਤਮਾ ਦੇ ਸਹਾਰੇ, ਔਰ ਉਸ ਨੂੰ ਉਹ ਸਾਰੇ ਸੋਰਸਿਸ ਲੱਭਣੇ ਪੈਣਗੇ ਜੋ ਉਹਦੀ ਹੈਲਪ ਕਰਨ। ਗਵਰਨਮੈਂਟ ਆਫ ਇੰਡੀਆ ਵੱਲੋਂ ਪੈਸਾ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ, ਅੰਬੈਸੀ ਦੇ ਜ਼ਰੀਏ ਪੈਸਾ ਦਿੱਤਾ ਜਾਂਦਾ ਹੈ ਕਿ ਤਾਂ ਕਿ ਤੁਸੀਂ ਵਿਦੇਸ਼ੀ ਧਰਤੀ ਦੇ ਉੱਤੇ ਕੋਈ ਲੀਗਲ ਸਰਵਿਸ ਹਾਇਰ ਕਰ ਸਕੋ। ਤਾਂ ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਨੇ। ਕਾਨੂੰਨੀ ਦਾਅ ਪੇਚ ਖੇਡ ਕੇ ਉਹ ਮੁੰਡਾ ਆਪਣਾ ਮਤਲਬ ਸਿੱਧ ਕਰ ਸਕਦਾ ਹੈ, ਪਰ ਤੁਸੀਂ ਉਸ ਨੂੰ ਆਪਣਾ ਮਤਲਬ ਸਿੱਧ ਨਹੀਂ ਕਰਨ ਦੇਣਾ, ਉਹ ਕਾਨੂੰਨੀ ਦਾਅ ਪੇਚ ਨਹੀਂ ਖੇਡਣ ਦੇਣੇ। ਤਾਂ ਗੱਲ ਇਹ ਹੈ, ਖੁਦ ਚੁਸਤ ਬਣੋ। ਇਹ ਵੀ ਨਹੀਂ ਕਿ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਕੋਈ ਗੱਲ ਨਹੀਂ, ਇਹਦਾ ਵੀ ਕੋਈ ਨਾ ਕੋਈ ਹੱਲ ਹੋ ਜਾਂਦਾ, ਕੋਈ ਟਰਾਂਸਲੇਟਰਸ ਮਿਲ ਜਾਂਦੇ ਨੇ। ਅੰਬੈਸੀ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਇੰਨੀ ਚੁਸਤੀ ਤੇ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਰਾਖੀ ਆਪ ਕਰ ਸਕੋ, ਕਿ ਤੁਹਾਡੀ ਰਾਖੀ ਕਰਨ ਵਾਸਤੇ ਵੀ ਕੋਈ ਹੋਰ ਆਵੇ। ਨਹੀਂ, ਆਪਣੀ ਰਾਖੀ ਆਪ ਕਰੋ, ਆਪਣੀ ਰਿਸਪੌਂਸਿਬਿਲਿਟੀ ਖੁਦ ਚੁੱਕੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਮੈਂ ਵਿਦੇਸ਼ੀ ਧਰਤੀ ਦੇ ਉੱਤੇ ਵਿਆਹ ਕਰਾ ਰਹੀ ਹਾਂ, ਬਾਹਰ ਦੇ ਮੁੰਡੇ ਨਾਲ ਮੈਂ ਵਿਆਹ ਕਰਾ ਰਹੀ ਹਾਂ, ਉਹਨੂੰ ਮੈਂ ਪੂਰੀ ਤਰ੍ਹਾਂ ਜਾਣਦੀ ਨਹੀਂ ਹਾਂ, ਤਾਂ ਮੇਰੇ ਵਾਸਤੇ ਕੀ ਕੀ ਰਿਸਕ ਨੇ, ਉਹਨਾਂ ਰਿਸਕ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਉਹਨਾਂ ਪ੍ਰੋਬਲਮਸ ਦਾ ਵਿੱਚੋਂ ਨਿਕਲਣ ਦੇ ਰਾਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਐਮਬੈਸੀ ਹੈ ਉਹ ਕਿਸ ਤਰ੍ਹਾਂ ਤੁਹਾਡੀ ਹੈਲਪ ਕਰੇਗੀ, ਜੋ ਵਿਦੇਸ਼ੀ ਗਵਰਨਮੈਂਟ ਹੈ ਤੁਹਾਡੀ ਕਿਸ ਤਰ੍ਹਾਂ ਹੈਲਪ ਕਰੇਗੀ। ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਉਹਨਾਂ ਬਾਡੀਜ਼ ਨੂੰ, ਉਹਨਾਂ ਇੰਸਟੀਟਿਊਟਸ ਨੂੰ ਤੁਸੀਂ ਉਹਨਾਂ ਨੂੰ ਜਾ ਕੇ ਕੰਟੈਕਟ ਕਰੋ, ਉਹਨਾਂ NGOs ਨੂੰ ਕੰਟੈਕਟ ਕਰੋ, ਉਹਨਾਂ ਇੰਸਟੀਟਿਊਟਸ ਨੂੰ ਕੰਟੈਕਟ ਕਰੋ, ਉਹਨਾਂ ਆਫਿਸਿਸ ਨੂੰ ਕੰਟੈਕਟ ਕਰੋ ਜਿੱਥੋਂ ਇਹ ਹੈਲਪ ਮਿਲ ਸਕਦੀ ਹੈ। ਅੰਬੈਸੀ ਨੂੰ ਕੰਟੈਕਟ ਕਰੋ। ਆਪਣੇ ਸੋਰਸਿਸ ਜੋ ਤੁਹਾਡੇ ਕੋਲ ਮੌਜੂਦ ਨੇ ਉਹਨਾਂ ਦਾ ਇਸਤੇਮਾਲ ਕਰੋ। ਕਿਸੇ ਨਾ ਕਿਸੇ ਤਰ੍ਹਾਂ ਇਸ ਮੁਸੀਬਤ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ। ਰੱਬ ਕੋਈ ਨਾ ਕੋਈ ਰਾਹ ਜ਼ਰੂਰ ਕੱਢ ਦਿੰਦਾ ਹੈ। ਕਹਿੰਦੇ ਨੇ ਕਿ ਜੋ ਆਪਣੀ ਮਦਦ ਆਪ ਕਰਦਾ ਹੈ ਉਸ ਦੀ ਰਾਹ, ਉਸ ਦੀ ਮਦਦ ਪਰਮਾਤਮਾ ਜ਼ਰੂਰ ਕਰਦਾ ਹੈ। ਕਹਿੰਦੇ ਨੇ ਕਿ ਜੋ ਆਪਣੀ ਮਦਦ ਆਪ ਕਰਦਾ ਹੈ ਉਸ ਦੀ ਮਦਦ ਰੱਬ ਜ਼ਰੂਰ ਕਰਦਾ ਹੈ। ਤਾਂ ਇਸ ਕਰਕੇ ਕੋਈ ਨਾ ਕੋਈ ਰਾਹ ਜ਼ਰੂਰ ਹੁੰਦਾ ਹੈ ਜਿੱਥੋਂ ਤੁਸੀਂ ਆਪਣੀ ਮੁਸੀਬਤ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਜੋ ਇਹ ਐਕਸ ਪਾਰਟੀ ਡਿਵੋਰਸ ਦਾ ਬੈਨੀਫਿਟ ਕਿਸੇ ਨਾ ਕਿਸੇ ਤਰ੍ਹਾਂ ਲੈ ਲੈਂਦਾ ਹੈ ਮੁੰਡਾ, ਉਸ ਤੋਂ ਵੀ ਬਚਿਆ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਤੁਹਾਨੂੰ ਇਹ ਸਾਰੇ ਰਾਹ ਪਤਾ ਹੋਣੇ ਚਾਹੀਦੇ ਨੇ, ਤੁਹਾਡੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਨੇ, ਤੁਸੀਂ ਦਿਲ ਦੇ ਮਜ਼ਬੂਤ ਹੋਣੇ ਚਾਹੀਦੇ ਹੋ, ਸਟਰੋਂਗ ਵਿਲ ਪਾਵਰ ਹੋਣੀ ਚਾਹੀਦੀ ਹੈ ਤੁਹਾਡੀ। ਤੁਸੀਂ ਇਹ ਸਾਰੇ ਰਾਹ ਅਪਣਾਓ ਤੇ ਆਪਣੇ ਆਪ ਨੂੰ ਇਸ ਮੁਸੀਬਤ ਵਿੱਚੋਂ ਬਚਾਓ, ਬਾਹਰ ਆਓ ਇਸ ਮੁਸੀਬਤ ਤੋਂ ਤੇ ਸਟਾਰਟ ਅ ਨਿਊ ਲਾਈਫ। ਇੱਕ ਸਮੱਸਿਆ ਇਹ ਹੁੰਦੀ ਹੈ ਕਿ ਇਸ ਮੈਰਿਜ ਵਿੱਚੋਂ ਬੱਚੇ ਪੈਦਾ ਹੋ ਗਏ ਨੇ, ਤਾਂ ਇਹ ਸਮੱਸਿਆ ਪੈਦਾ ਹੋਣ ਤੋਂ ਬਾਅਦ ਬੱਚੇ ਕਿੱਥੇ ਰਹਿਣ। ਤਾਂ ਕੀ ਹੁੰਦਾ ਹੈ ਕਿ ਹਸਬੈਂਡ ਆਪਣੀ ਤਾਕਤ ਦਾ ਇਸਤੇਮਾਲ ਕਰਕੇ, ਜੋ ਵੀ ਉਹਦੇ ਸੋਰਸਿਸ ਨੇ ਉਹਨਾਂ ਦਾ ਇਸਤੇਮਾਲ ਕਰਕੇ ਕਈ ਵਾਰ ਬੱਚਿਆਂ ਨੂੰ ਖੋਣ ਵਿੱਚ ਕਾਮਯਾਬ ਹੋ ਜਾਂਦਾ ਹੈ ਉਹਨਾਂ ਦੀ ਮਾਂ ਕੋਲੋਂ। ਜਦਕਿ ਮਾਂ ਦਾ ਬੱਚਿਆਂ ਦੇ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਕੁਦਰਤੀ ਨਿਯਮ ਹੈ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦਾ ਖਿਆਲ ਰੱਖ ਸਕਦੀ ਹੈ, ਪਿਓ ਉਸ ਤਰ੍ਹਾਂ ਖਿਆਲ ਨਹੀਂ ਰੱਖ ਸਕਦਾ। ਪਰ ਪਿਓ ਕਾਮਯਾਬ ਹੋ ਗਿਆ ਬੱਚਿਆਂ ਨੂੰ ਖੋ ਕੇ ਲਿਜਾਣ ਦੇ ਵਿੱਚ। ਹੁਣ ਕੀ ਕਰੇ ਮਾਂ? ਮਾਂ ਤਾਂ ਸਟਰੋਂਗ ਹੋਵੇ, ਪਹਿਲੀ ਗੱਲ ਤਾਂ ਇਹ ਹੈ, ਮਜ਼ਬੂਤ ਹੋਵੇ, ਰੋਣਾ ਧੋਣਾ ਬਿਲਕੁਲ ਨਹੀਂ, ਕਿਉਂਕਿ ਹਰ ਸਮੱਸਿਆ ਦਾ ਹੱਲ ਮੌਜੂਦ ਹੈ। ਗਵਰਨਮੈਂਟ ਆਫ ਇੰਡੀਆ ਵੀ ਹੱਲ ਦਿੰਦੀ ਹੈ ਤੇ ਨਾਲ ਹੀ ਵਿਦੇਸ਼ੀ ਧਰਤੀ ਦੀ ਸਰਕਾਰ ਵੀ ਹੱਲ ਦਿੰਦੀ ਹੈ। ਤਾਂ ਇਸ ਕਰਕੇ ਸਾਰੇ ਨਿਯਮਾਂ ਦਾ ਪਤਾ ਹੋਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਵਾਪਸ ਲੈ ਸਕਦੀ ਹਾਂ ਜਾਂ ਕੋਈ ਹੋਰ ਰਸਤਾ ਨਿਕਲ ਸਕਦਾ ਹੈ ਬੱਚਿਆਂ ਦੀ ਕਸਟਡੀ ਨੂੰ ਲੈ ਕੇ, ਕਿਉਂਕਿ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ। ਬੱਚੇ ਮਾਂ ਨਾਲ ਰਹਿਣਾ ਚਾਹੁੰਦੇ ਨੇ ਪਰ ਪਿਓ ਲੈ ਗਿਆ। ਹੁਣ ਬੱਚੇ ਕੀ ਕਰਨ? ਰੋਂਦੇ ਰਹਿਣਗੇ। ਜੇ ਉਹ ਇਸ ਤਰ੍ਹਾਂ ਰੋਂਦੇ ਰਹਿਣਗੇ ਔਰ ਇਸ ਤਰ੍ਹਾਂ ਉਹਨਾਂ ਦੀ ਪਰਵਰਿਸ਼ ਹੋਏਗੀ ਤਾਂ ਇੱਕ ਵੀਕ ਪਰਸਨੈਲਿਟੀ ਦੇ ਬੱਚੇ ਹੋਣਗੇ। ਉਹਨਾਂ ਦਾ ਆਉਣ ਵਾਲਾ ਜੀਵਨ ਸੁਰੱਖਿਅਤ ਨਹੀਂ ਹੈ, ਉਹਨਾਂ ਦਾ ਭਵਿੱਖ ਸੁਨਹਿਰਾ ਨਹੀਂ ਹੈ। ਤਾਂ ਮਾਂ ਦੀ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਵਾਪਸ ਹਾਸਿਲ ਕਰੇ। ਕੋਰਟਸ ਵੱਲੋਂ ਉਹ ਆਰਡਰ ਕਰਵਾਏ ਕਿ ਜਿਸ ਤਰ੍ਹਾਂ ਉਹਦੇ ਬੱਚੇ ਬਿਲਕੁਲ ਸੇਫ ਰਹਿਣ, ਉਹਦੇ ਕੰਟੈਕਟ ਵਿੱਚ ਰਹਿਣ, ਉਹਨੂੰ ਮਿਲਣ ਜਾਂ ਉਹਦੇ ਕੋਲ ਰਹਿਣ। ਪਿਓ ਨੂੰ ਹੱਕ ਮਿਲ ਜਾਏ ਕਿ ਤੂੰ ਵਿਜ਼ਿਟ ਕਰ ਸਕਦਾ ਹੈ। ਕਿਉਂ? ਕਿਉਂਕਿ ਫਾਦਰ ਦਾ ਜੋ ਰਿਲੇਸ਼ਨ ਹੈ ਬੱਚਿਆਂ ਨਾਲ, ਬੱਚੇ ਵੀ ਇਮੋਸ਼ਨਲ ਨੇ ਆਪਣੇ ਫਾਦਰ ਨੂੰ ਲੈ ਕੇ, ਕਿਉਂਕਿ ਬੱਚਿਆਂ ਨੂੰ ਕੁਝ ਨਹੀਂ ਪਤਾ, ਭੋਲੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਪਿਓ ਕੀ ਗੇਮ ਖੇਡਦਾ ਪਿਆ ਤੇ ਉਹਨਾਂ ਦੀ ਮਾਂ ਕੀ ਭੁਗਤਦੀ ਪਈ ਹੈ। ਬੱਚਿਆਂ ਵਾਸਤੇ ਜ਼ਰੂਰੀ ਹੈ ਕਿ ਮਾਂ-ਬਾਪ ਇਕੱਠੇ ਰਹਿਣ। ਬੱਚਿਆਂ ਵਾਸਤੇ ਇਹ ਜ਼ਰੂਰੀ ਹੈ ਔਰ ਬੱਚੇ ਇਹ ਚਾਹੁੰਦੇ ਨੇ ਕਿ ਸਾਨੂੰ ਮਾਂ-ਬਾਪ ਆਪਣੇ ਗਲ ਨਾਲ ਲਾ ਕੇ ਰੱਖਣ। ਜੇ ਦੋਨਾਂ ਵਿੱਚੋਂ ਇੱਕ ਵੀ ਮਿਸਿੰਗ ਹੈ ਜਾਂ ਮਾਂ ਮਿਸਿੰਗ ਹੈ ਜਾਂ ਪਿਓ ਮਿਸਿੰਗ ਹੈ ਤਾਂ ਉਹ ਬੱਚਿਆਂ ਵਾਸਤੇ ਚੰਗਾ ਨਹੀਂ। ਉਹਨਾਂ ਦੇ ਮਨ ਦੇ ਉੱਤੇ ਪ੍ਰਭਾਵ ਪੈਂਦਾ ਹੈ, ਉਹਨਾਂ ਦੀ ਸੋਚ ਦੇ ਉੱਤੇ ਪ੍ਰਭਾਵ ਪੈਂਦਾ ਹੈ, ਉਹਨਾਂ ਦੀ ਪਰਸਨੈਲਿਟੀ ਦੇ ਉੱਤੇ ਪ੍ਰਭਾਵ ਪੈਂਦਾ ਹੈ।
ਇਸ ਕਰਕੇ ਜ਼ਰੂਰੀ ਤਾਂ ਇਹੀ ਹੈ ਕਿ ਮਾਂ-ਬਾਪ ਆਪਸ ਦੇ ਵਿੱਚ ਬਣਾ ਕੇ ਰੱਖਣ, ਪਰ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੋ ਗਈ ਤਾਂ ਬੱਚਿਆਂ ਦੀ ਖਾਤਰ ਬਣਾ ਕੇ ਰੱਖਣ। ਤੇ ਜੇ ਫਿਰ ਵੀ ਨਾ ਸਮਝਣੇ, ਨਹੀਂ ਸਮਝਦੇ ਤਾਂ ਫਿਰ ਕੋਰਟ ਨੂੰ ਦਖਲ ਦੇਣਾ ਪਏਗਾ, ਗਵਰਨਮੈਂਟ ਨੂੰ ਦਖਲ ਦੇਣਾ ਪਏਗਾ, ਕਿਉਂਕਿ ਬੱਚੇ ਮਾਂ ਦੇ ਕੋਲ ਜ਼ਿਆਦਾ ਸੁਰੱਖਿਅਤ ਰਹਿੰਦੇ ਨੇ, ਬੱਚੇ ਮਾਂ ਨਾਲ ਜ਼ਿਆਦਾ ਅਟੈਚਡ ਹੁੰਦੇ ਨੇ, ਆਫ ਕੋਰਸ ਪਿਓ ਨਾਲ ਵੀ ਅਟੈਚਡ ਹੁੰਦੇ ਨੇ। ਤਾਂ ਇੱਕ ਕਾਮਨ ਰਾਹ ਕੱਢਣੀ ਪਏਗੀ ਕਿ ਬੱਚੇ ਕਿੱਥੇ ਰਹਿਣਗੇ, ਕਿੱਦਾਂ ਰਹਿਣਗੇ, ਮਾਂ ਕੋਲ ਰਹਿਣਗੇ ਤਾਂ ਪਿਓ ਕਿੱਦਾਂ ਵਿਜ਼ਿਟ ਕਰੇਗਾ, ਹਰ ਚੀਜ਼ ਕੋਰਟ ਤੈਅ ਕਰੇਗੀ। ਤਾਂ ਇਸ ਕਰਕੇ ਮਾਂ ਨੂੰ ਦਲੇਰ ਹੋਣਾ ਪਏਗਾ। ਜੇ ਪਿਓ ਬੱਚਿਆਂ ਨੂੰ ਖੋ ਕੇ ਲੈ ਗਿਆ ਹੈ ਤਾਂ ਕੀ ਜ਼ਰੂਰੀ ਸਟੈਪ ਨੇ ਜੋ ਲੈਣੇ ਨੇ ਮਾਂ ਨੇ ਆਪਣੇ ਬੱਚਿਆਂ ਨੂੰ ਵਾਪਸ ਹਾਸਿਲ ਕਰਨ ਵਾਸਤੇ, ਵਾਪਸ ਆਪਣੇ ਕੋਲ ਰੱਖਣ ਵਾਸਤੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚ ਕੁੜੀ ਦਾ ਮਜ਼ਬੂਤ ਹੋਣਾ ਜ਼ਿਆਦਾ ਜ਼ਰੂਰੀ ਹੈ, ਕੁੜੀ ਦਾ ਦਲੇਰ ਹੋਣਾ ਜ਼ਿਆਦਾ ਜ਼ਰੂਰੀ ਹੈ, ਕੁੜੀ ਦਾ ਇਨਫੋਰਮੇਸ਼ਨ ਹਾਸਿਲ ਕਰਨਾ ਜ਼ਿਆਦਾ ਜ਼ਰੂਰੀ ਹੈ, ਚੁਸਤ ਚਲਾਕ ਹੋਣਾ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਉਹ ਆਪਣੀ ਰਾਖੀ ਕਰ ਸਕੇ, ਆਪਣੇ ਬੱਚਿਆਂ ਦੀ, ਆਪਣੇ ਪਰਿਵਾਰ ਦੀ ਰਾਖੀ ਕਰ ਸਕੇ। ਕਿਉਂਕਿ ਜੇ ਉਹ ਚੁਸਤ ਚਲਾਕ ਨਹੀਂ, ਉਹ ਦਲੇਰ ਨਹੀਂ, ਹੁਸ਼ਿਆਰ ਨਹੀਂ, ਤਾਂ ਉਹਦਾ ਜੀਵਨ ਬਰਬਾਦ ਹੋਣਾ ਤੈਅ ਹੈ ਇਹਨਾਂ ਸਾਰੀਆਂ ਮੁਸੀਬਤਾਂ ਕਰਕੇ। ਇਸ ਕਰਕੇ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਹਰਾਉਣ ਲਈ ਉਸ ਨੂੰ ਮਜ਼ਬੂਤ ਹੋਣਾ ਪਏਗਾ, ਤਾਕਤਵਰ ਹੋਣਾ ਪਏਗਾ, ਇੰਟੈਲੀਜੈਂਟ ਹੋਣਾ ਪਏਗਾ, ਸਮਝਦਾਰ ਹੋਣਾ ਪਏਗਾ। ਇਸ ਕਰਕੇ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਕਿੱਥੋਂ, ਕਿੰਨੀ, ਕਿਵੇਂ ਮਦਦ ਮਿਲ ਸਕਦੀ ਹੈ, ਤਾਂ ਕਿ ਉਸ ਮਦਦ ਦੇ ਸਹਾਰੇ ਉਹ ਸਭ ਕੁਝ ਹਾਸਿਲ ਕਰ ਸਕੇ ਜੋ ਉਹ ਚਾਹੁੰਦੀ ਹੈ ਕਿ ਮੈਂ ਹਾਸਿਲ ਕਰਾਂ, ਆਪਣੇ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ। ਇਸ ਕਰਕੇ ਸਾਰੀ ਦੀ ਸਾਰੀ ਖੇਡ ਕੁੜੀ ਦੇ ਉੱਤੇ ਡਿਪੈਂਡ ਕਰਦੀ ਹੈ, ਉਹਦੀ ਦਲੇਰੀ ਦੇ ਉੱਤੇ, ਉਹਦੀ ਇੰਟੈਲੀਜੈਂਸੀ ਦੇ ਉੱਤੇ ਡਿਪੈਂਡ ਕਰਦੀ ਹੈ। ਇੱਕ ਹੋਰ ਚੀਜ਼ ਦਾ ਖਿਆਲ ਰੱਖਣਾ ਪਏਗਾ ਕਿ ਜਿਸ ਮੁੰਡੇ ਨਾਲ ਵਿਆਹ ਕਰਾਉਣਾ ਹੈ ਉਹਦੇ ਖਿਲਾਫ ਕੋਈ ਕੇਸ ਤਾਂ ਨਹੀਂ, ਕੋਈ ਕ੍ਰਿਮੀਨਲ ਕੇਸ ਤਾਂ ਨਹੀਂ, ਕੋਈ ਸਿਵਲ ਕੇਸ ਤਾਂ ਨਹੀਂ, ਉਹ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਨਾ ਕਿ ਉਹਦੇ ਅਗੇਂਸਟ ਕੋਈ ਕੰਪਲੇਂਟਸ ਹੋਣ ਜਾਂ ਉਹਨੇ ਕਿਸੇ ਕੇਸ ਵਿੱਚ ਸਜ਼ਾ ਕੱਟੀ ਹੋਵੇ ਜਾਂ ਕੋਈ ਕੇਸ ਭੁਗਤਦਾ ਪਿਆ ਹੋਵੇ। ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਖਿਲਾਫ ਕੋਈ ਕੇਸ ਨਾ ਹੋਵੇ, ਕਿਉਂਕਿ ਉਸ ਦਾ ਅਸਰ ਤੁਹਾਡੇ ਜੀਵਨ ਦੇ ਉੱਤੇ ਵੀ ਪੈ ਸਕਦਾ ਹੈ। ਇਸ ਕਰਕੇ ਬਿਲਕੁਲ ਸੋਚ ਸਮਝ ਕੇ, ਅਲਰਟ ਹੋ ਕੇ ਹੀ ਵਿਆਹ ਦਾ ਫੈਸਲਾ ਕਰਨਾ ਹੈ, ਸਮਝਦਾਰੀ ਵਰਤਣੀ ਹੈ, ਕਿਉਂਕਿ ਸਮਝਦਾਰੀ ਦੇ ਵਿੱਚ ਹੀ ਤੁਹਾਡੀ ਸੁਰੱਖਿਆ ਹੈ। ਸੋ ਐਸੇ ਦੇ ਨਾਲ ਹੀ ਅਸੀਂ ਅੱਜ ਦੇ ਐਪੀਸੋਡ ਦਾ ਵਾਈਂਡ ਅਪ ਕਰਦੇ ਹਾਂ। ਤਾਂ ਮਿਲਦੇ ਹਾਂ ਨਵੇਂ ਐਪੀਸੋਡ NRI ਵਰਲਡ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV।